ਦੇਖੋ ਜੋ ਸਡਨ ਡੈਥ ਦੇ ਕਾਫੀ ਕਾਰਨ ਹੁੰਦੇ ਨੇ, ਬਟ ਯੰਗ ਏਜ ਦੇ ਵਿੱਚ ਇੱਕ ਸਭ ਤੋਂ ਬੜਾ ਕਾਰਨ ਜੋ ਅੱਜ ਕੱਲ੍ਹ ਆਪਣੀ ਕੰਟਰੀ 'ਚ ਵੀ ਹੋ ਰਿਹਾ ਉਹ ਹਾਰਟ ਅਟੈਕ ਹੈਗਾ। ਸਰ ਜਦ ਇਹੋ ਜਿਹੀ ਚੀਜ਼ਾਂ ਸੁਣਨ ਨੂੰ ਆਉਂਦੀਆਂ ਨੇ ਕਿ ਅਚਾਨਕ ਜਿਹੜਾ ਹੈ ਇਨਸਾਨ ਜਾਂ ਤਾਂ ਸੋ ਰਿਹਾ ਸੀ, ਵਿਅਕਤੀ ਜਿਹੜਾ ਹੈ ਸੋ ਰਿਹਾ ਸੀ, ਜਾਂ ਫਿਰ ਜਿਹੜਾ ਉਹ ਹਲੇ ਉਹ ਖਾ ਪੀ ਕੇ ਆਰਾਮ ਨਾਲ ਬੈਠਾ ਸੀ, ਆਰਾਮ ਕਰ ਰਿਹਾ ਸੀ ਤੇ ਅਚਾਨਕ ਉਸਦੀ ਸਡਨ ਡੈਥ ਹੋ ਜਾਂਦੀ ਹੈ, ਇਸ ਦੇ ਪਿੱਛੇ ਵੀ ਇਹੀ ਰੀਜ਼ਨ ਹੁੰਦਾ ਹੈ। ਇਹਦੇ ਵਿੱਚੋਂ 80% ਕੁਛ ਨਾ ਕੁਛ ਵਾਰਨਿੰਗ ਸਿਗਨਲ ਦਿੰਦੇ ਨੇ ਤੇ ਮੈਜੋਰਿਟੀ ਉਹਨਾਂ ਵਿੱਚੋਂ ਅੰਡਰਲਾਈਂਗ ਜਾਂ ਤਾਂ ਬਲੋਕੇजेस ਹੁੰਦੀਆਂ ਜਾਂ ਉਹਨਾਂ ਨੂੰ ਸਡਨ ਹਾਰਟ ਅਟੈਕ ਹੁੰਦਾ ਜਾਂ ਜਿਹੜੇ ਹਾਰਟ ਦੇ ਮਸਲਸ ਨੇ ਉਹ ਵੀਕ ਹੋ ਜਾਂਦੇ ਆ। ਯੰਗਸਟਰਸ ਨੂੰ ਜੇ ਦੇਖਿਆ ਜਾਵੇ ਕਿ ਉਹਨਾਂ ਦਾ ਲਾਈਫ ਸਟਾਈਲ ਹੈ, ਜੋ ਉਹਨਾਂ ਦੀ ਜੋ ਡੇਲੀ ਹੈਬਿਟਸ ਹੋਣਗੀਆਂ, ਰਹਿਣ ਸਹਿਣ ਹੋਏਗਾ, ਜਾਂ ਫਿਰ ਉਹਨਾਂ ਦੀ ਜਿਹੜੀ ਡਾਈਟ ਹੈਬਿਟਸ ਨੇ ਉਸ ਦੇ ਕਰਕੇ ਕਿਹੜਾ ਰੀਜ਼ਨ? ਨੰਬਰ 1 ਜਿਹੜੇ ਬੰਦੇ ਹੈਵੀ ਸਮੋਕਰ ਹੁੰਦੇ ਨੇ, ਦੂਸਰਾ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਸਟਰੋਂਗ ਹੋਵੇ, ਛੋਟੀ ਉਮਰ 'ਚ ਜਿਨ੍ਹਾਂ ਨੂੰ ਹਾਰਟ ਅਟੈਕ ਹੋਵੇ ਉਹ ਹੋਵੇ, ਅਨਕੰਟਰੋਲ ਬਲੱਡ ਪ੍ਰੈਸ਼ਰ, ਸ਼ੂਗਰ ਛੋਟੀ ਉਮਰ 'ਚ ਆਉਣਾ, ਮੋਟਾਪਾ ਔਰ ਸਟ੍ਰੈਸਫੁਲ ਪਰਸਨੈਲਿਟੀ। ਕਹਿੰਦੇ ਹੁੰਦੇ ਕਿ ਹਾਰਟ ਅਟੈਕ ਤੋਂ ਪਹਿਲਾਂ ਵੀ ਜਿਹੜੇ ਕਾਫੀ ਕੁਝ ਸਿੰਪਟਮਸ ਜਿਹੜੇ ਸ਼ੋ ਹੋ ਜਾਂਦੇ, ਸਾਈਨਸ ਸ਼ੋ ਹੋ ਜਾਂਦੇ ਨੇ, ਕਿਵੇਂ ਪਹਿਚਾਨ ਕੀਤੀ ਜਾ ਸਕਦੀ? ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਹਾਰਟ ਅਟੈਕ ਅਸੀਂ ਕਾਫੀ ਲੰਬੇ ਸਮੇਂ ਤੋਂ ਸੁਣਦੇ ਆਏ ਹਾਂ। ਪਹਿਲਾਂ ਗੱਲ ਹੁੰਦੀ ਸੀ ਕਿ ਬਜ਼ੁਰਗਾਂ ਨੂੰ ਜਿਹੜਾ ਹੈ ਹਾਰਟ ਅਟੈਕ ਪ੍ਰਭਾਵਿਤ ਕਰਦਾ ਹੈ, ਪਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਵੀ ਜਿਹੜਾ ਜੋ ਕੇਸ ਸਟੱਡੀ ਦੇਖਣ ਨੂੰ ਮਿਲ ਰਹੀਆਂ ਨੇ ਕਿ ਯੰਗਸਟਰਸ ਨੂੰ ਵੀ ਜਿਹੜਾ ਹੈ ਹਾਰਟ ਅਟੈਕ ਕਾਫੀ ਤੇਜ਼ੀ ਨਾਲ ਪ੍ਰਭਾਵਿਤ ਕਰ ਰਿਹਾ ਹੈ। ਯੰਗਸਟਰਸ ਵੀ ਜਿਹੜੇ ਨੇ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ। ਜੇ ਅਸੀਂ ਬੀਤੇ ਦਿਨੀ ਦੀ ਗੱਲ ਕਰੀਏ ਕਿਸ ਤਰੀਕੇ ਨਾਲ ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ ਅਚਾਨਕ ਜਿਹੜੀ ਹੈ ਮੌਤ ਹੋ ਜਾਂਦੀ ਹੈ, ਜਿਸ ਦਾ ਰੀਜ਼ਨ ਦੱਸਿਆ ਜਾਂਦਾ ਹੈ ਕਿ ਸਾਇਲੈਂਟ ਹਾਰਟ ਅਟੈਕ ਕਰਕੇ ਜਿਹੜਾ ਹੈ ਉਹਨਾਂ ਨੇ ਜਿਹੜਾ ਦਮ ਤੋੜ ਦਿੱਤਾ। ਤੇ ਕੀ ਕਾਰਨ ਹੁੰਦਾ ਹੈ ਕਿ ਪਿਛਲੇ ਇੰਨੇ ਕਾਫੀ ਲੰਬੇ ਸਮੇਂ ਤੋਂ ਕੀ ਜਿਹੜਾ ਚੇਂਜ ਹੁੰਦਾ ਲਾਈਫ ਸਟਾਈਲ ਹੈ, ਕਿ ਚੇਂਜ ਹੁੰਦੀਆਂ ਡਾਈਟ ਹੈਬਿਟਸ ਨੇ, ਕਿਹਨਾਂ ਕਾਰਨਾਂ ਕਰਕੇ ਜਿਹੜਾ ਹੈ ਯੰਗਸਟਰਸ ਇੰਨੀ ਤੇਜ਼ੀ ਨਾਲ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ। ਅੱਜ ਅਸੀਂ ਇਸੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਡੀਐਮਸੀ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਬਿਸ਼ਮ ਮੋਹਨ, ਤੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ। ਸਰ ਦੇਖਿਆ ਜਾਵੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸ ਤਰੀਕੇ ਨਾਲ ਯੰਗਸਟਰਸ ਜਿਹੜੇ ਨੇ ਉਹ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ, ਹਾਰਟ ਅਟੈਕ ਦੇ ਕੇਸਿਸ ਇਹੋ ਜਿਹੇ ਕਾਫੀ ਸਾਹਮਣੇ ਆ ਰਹੇ ਨੇ, ਕੀ ਰੀਜ਼ਨ ਹੈ? ਵੈਸੇ ਅਸੀਂ ਜੇ ਗੱਲ ਕਰੀਏ ਸਿਰਫ ਮੈਂ ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ ਜੇ ਮੈਂ ਗੱਲ ਕਰਾਂ, ਹਲੇ 40 ਸਾਲ ਦੀ ਸਿਰਫ ਉਹਨਾਂ ਦੀ ਉਮਰ ਸੀ ਤੇ ਜੋ ਵੀ ਰੀਜ਼ਨ ਦੱਸੇ ਜਾ ਰਹੇ ਨੇ ਕਿ ਸਾਇਲੈਂਟ ਹਾਰਟ ਅਟੈਕ ਸ਼ਾਇਦ ਸੀ ਜਿਸ ਦੇ ਕਰਕੇ ਉਹਨਾਂ ਨੇ ਦਮ ਤੋੜ ਦਿੱਤਾ, ਕੀ ਰੀਜ਼ਨ ਹੈ? ਦੇਖੋ ਜੋ ਸਡਨ ਡੈਥ ਦੇ ਕਾਫੀ ਕਾਰਨ ਹੁੰਦੇ ਨੇ, ਬਟ ਯੰਗ ਏਜ ਦੇ ਵਿੱਚ ਇੱਕ ਸਭ ਤੋਂ ਬੜਾ ਕਾਰਨ ਜੋ ਅੱਜ ਕੱਲ੍ਹ ਆਪਣੀ ਕੰਟਰੀ 'ਚ ਵੀ ਹੋ ਰਿਹਾ ਉਹ ਹਾਰਟ ਅਟੈਕ ਹੈਗਾ। ਹਾਰਟ ਅਟੈਕ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਹਾਰਟ ਦੀਆਂ ਨਾੜੀਆਂ, 3 ਨਾੜੀਆਂ, ਉਹਨਾਂ ਵਿੱਚੋਂ ਕੋਈ ਕਲੌਟ ਆ ਜਾਏ ਸਡਨਲੀ ਜਾਂ ਬਲੌਕ ਹੋ ਜਾਏ ਤਾਂ ਜਿਹੜੇ ਹਾਰਟ ਮਸਲਸ ਨੇ ਉਹ ਉਹਨਾਂ ਨੂੰ ਸਪਲਾਈ ਘੱਟ ਜਾਂਦੀ ਹੈ ਤੇ ਉਹਦੇ ਨਾਲ ਫਿਰ ਜਿਹੜੀ ਹਾਰਟ ਦੀ ਇਲੈਕਟ੍ਰੀਕਲ ਡਿਸਟਰਬੈਂਸ ਹੁੰਦੀ ਹੈ, ਜਿੱਦਾਂ ਆਪਾਂ ਕਹਿੰਦੇ ਧੜਕਣ ਜਿਹੜੀ ਹੈ ਇਰੈਗੂਲਰ ਹੋ ਜਾਂਦੀ ਹੈ ਤਾਂ ਉਹ ਸਡਨ ਹਾਰਟ ਸਟਾਪ ਕਰ ਦਿੰਦੀ ਹੈ। ਕੁਝ ਲੋਕਾਂ ਦੇ ਵਿੱਚ ਹਾਰਟ ਦੀ ਬਿਲਕੁਲ ਐਕਟੀਵਿਟੀ ਖਤਮ ਹੋ ਜਾਂਦੀ ਹੈ, ਉਹਨੂੰ ਐਸਿਸਟਲੇ ਕਹਿੰਦੇ ਆ, ਤਾਂ ਉਹਦੇ ਨਾਲ ਵੀ ਹਾਰਟ ਦੀ ਡੈਥ ਹੋ ਜਾਂਦੀ ਹੈ। ਸੋ ਬੇਸਿਕ ਕਾਰਨ ਜਿਹੜਾ ਹੈਗਾ ਯੰਗ ਏਜ ਦੇ ਵਿੱਚ ਹੋਰ ਵੀ ਕਈ ਕਾਰਨ ਹੁੰਦੇ ਨੇ, ਜਿੱਦਾਂ ਕਿ ਹਾਰਟ ਦੇ ਜਿਹੜੇ ਮਸਲਸ ਨੇ ਉਹ ਥਿਕ ਹੋ ਜਾਣੇ, ਉਹਨਾਂ ਨੂੰ ਕਾਰਡੀਓਮਾਇਓਪੈਥੀ ਕਹਿੰਦੇ ਨੇ, ਕਈ ਇਲੈਕਟ੍ਰੀਕਲ ਡਿਸਟਰਬੈਂਸਿਸ ਹੁੰਦੀਆਂ ਨੇ, ਹੋਰ ਕਈ ਕਾਰਨ ਨੇ ਜਿੱਦਾਂ ਮੇਨ ਆਰਟਰੀ ਆ ਉਹਦਾ ਰਪਚਰ ਹੋਣਾ, ਕਾਫੀ ਕਾਰਨ ਹੁੰਦੇ ਆ, ਬਟ ਸਭ ਤੋਂ ਕਾਮਨ ਕਾਰਨ ਉਹ ਹਾਰਟ ਅਟੈਕ ਹੀ ਹੈ। ਸਰ ਜਦ ਇਹੋ ਜਿਹੀ ਚੀਜ਼ਾਂ ਸੁਣਨ ਨੂੰ ਆਉਂਦੀਆਂ ਨੇ ਕਿ ਅਚਾਨਕ ਜਿਹੜਾ ਹੈ ਇਨਸਾਨ ਜਾਂ ਤਾਂ ਸੋ ਰਿਹਾ ਸੀ, ਵਿਅਕਤੀ ਜਿਹੜਾ ਸੋ ਰਿਹਾ ਸੀ, ਜਾਂ ਫਿਰ ਜਿਹੜਾ ਉਹ ਹਲੇ ਉਹ ਖਾ ਪੀ ਕੇ ਆਰਾਮ ਨਾਲ ਬੈਠਾ ਸੀ, ਆਰਾਮ ਕਰ ਰਿਹਾ ਸੀ ਤੇ ਅਚਾਨਕ ਉਸਦੀ ਸਡਨ ਡੈਥ ਹੋ ਜਾਂਦੀ ਹੈ, ਇਸ ਦੇ ਪਿੱਛੇ ਵੀ ਇਹੀ ਰੀਜ਼ਨ ਹੁੰਦਾ ਹੈ? ਜੋ ਤੁਸੀਂ ਇਹ ਸਵਾਲ ਪੁੱਛਿਆ ਬਹੁਤ ਇੰਪੋਰਟੈਂਟ ਹੈ। ਕਈ ਵਾਰ ਲੋਕ ਕਹਿੰਦੇ ਕਿ ਉਹ ਬਿਲਕੁਲ ਐਕਟਿਵ ਸੀਗਾ ਤੇ ਉਹਨੂੰ ਸਡਨਲੀ ਸੈਰ ਕਰ ਰਿਹਾ ਸੀ ਤਾਂ ਕਲੈਪਸ ਕਰ ਗਿਆ, ਡੈਥ ਹੋ ਗਈ। ਸੋ ਇਸ ਤਰ੍ਹਾਂ ਦੇ ਕੇਸਿਸ ਵੀ ਕਾਫੀ ਆਉਂਦੇ ਨੇ। ਇਹਦੇ ਵਿੱਚੋਂ ਜਿਹੜੇ ਟੋਟਲ ਇਨਸੀਡੈਂਟਸ ਆਪਾਂ ਦੇਖੋ ਕਿ 1 ਤੋਂ 2000 ਦੇ ਵਿੱਚੋਂ ਇੱਕ ਜਿਹੜਾ ਬੰਦਾ ਉਹ ਸਡਨਲੀ ਇਹਨਾਂ ਨੂੰ ਡੈਥ ਹੋ ਜਾਂਦੀ ਹੈ। ਇਹਦੇ ਵਿੱਚੋਂ 80% ਕੁਛ ਨਾ ਕੁਛ ਵਾਰਨਿੰਗ ਸਿਗਨਲ ਦਿੰਦੇ ਨੇ ਤੇ ਮੈਜੋਰਿਟੀ ਉਹਨਾਂ ਵਿੱਚੋਂ ਅੰਡਰਲਾਈਂਗ ਜਾਂ ਤਾਂ ਬਲੋਕੇजेस ਹੁੰਦੀਆਂ ਜਾਂ ਉਹਨਾਂ ਨੂੰ ਸਡਨ ਹਾਰਟ ਅਟੈਕ ਹੁੰਦਾ ਜਾਂ ਜਿਹੜੇ ਹਾਰਟ ਦੇ ਮਸਲਸ ਨੇ ਉਹ ਵੀਕ ਹੋ ਜਾਂਦੇ ਆ। ਉਹ ਅਲਟੀਮੇਟਲੀ ਇਲੈਕਟ੍ਰੀਕਲ ਡਿਸਟਰਬੈਂਸ ਜੋ ਮੈਂ ਤੁਹਾਨੂੰ ਦੱਸੀਆਂ ਉਹ ਇੰਨੀ ਫਾਸਟ ਕਰਦੀਆਂ ਨੇ ਕਿ ਉਹ ਪੇਸ਼ੈਂਟ ਸਡਨਲੀ ਕਲੈਪਸ ਹੋ ਜਾਂਦਾ ਹੈ। ਤੇ ਇਸ ਦੇ ਨਾਲ ਹੀ ਜੇ ਯੰਗਸਟਰਸ ਦੀ ਗੱਲ ਕਰੀਏ ਕਿ ਯੰਗਸਟਰ ਇੰਨੀ ਤੇਜ਼ੀ ਨਾਲ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ, ਹਾਰਟ ਅਟੈਕ ਕਰਕੇ ਆਪਣੀ ਜਿਹੜੀਆਂ ਜਾਨਾਂ ਗਵਾ ਰਹੇ ਨੇ, ਤੇ ਕੀ ਰੀਜ਼ਨ ਰਿਹਾ ਸਰ? ਯੰਗਸਟਰਸ ਨੂੰ ਜੇ ਦੇਖਿਆ ਜਾਵੇ ਕਿ ਉਹਨਾਂ ਦਾ ਲਾਈਫ ਸਟਾਈਲ ਹੈ, ਜੋ ਉਹਨਾਂ ਦੀ ਜੋ ਡੇਲੀ ਹੈਬਿਟਸ ਹੋਣਗੀਆਂ, ਰਹਿਣ ਸਹਿਣ ਹੋਏਗਾ, ਜਾਂ ਫਿਰ ਉਹਨਾਂ ਦੀ ਜਿਹੜੀ ਡਾਈਟ ਹੈਬਿਟਸ ਨੇ ਉਸ ਦੇ ਕਰਕੇ ਕਿਹੜਾ ਰੀਜ਼ਨ? देखो जो अभी पिछले 20 साल से जो एवरेज है, जो इंडियंस हैं उन्होंने एवरेज हार्ट अटैक जो फर्स्ट हार्ट अटैक है एज़ कम्पेयर टू वैसटर्न कंट्री 10 साल पहला होता है एवरेज ही, वो तो वैसे ही है। एक तो ये है जेनेटिकली भी है, दूसरा पिछले कुछ सालों तो जो 40 साल से कम की उम्र के हार्ट अटैक हैं वो भी कम से कम 10 से 15% लोग हैं जिनकी एज जो हार्ट अटैक के साथ हमारे पास आते हैं उनकी जो एज है वो 40 साल से कम होती है। और आप ये भी देखो कि कुछ 30 साल से भी कम आते हैं। तो ये तो पक्का है कि जो यंग एज है उसमें हार्ट अटैक है। अब उसके कारण क्या क्या हो सकते हैं?
ਸਭ ਤੋਂ ਕਾਮਨ ਕਾਰਨ ਮੈਂ ਤੁਹਾਨੂੰ ਦੱਸਿਆ ਕਿ ਹਾਰਟ ਦੀਆਂ ਬਲੋਕੇਜ ਹੈ ਕਿ ਸਡਨ ਕਲੌਟ ਆ ਜਾਂਦਾ ਹੈ। ਉਹ ਸਡਨ ਕਲੌਟ ਦੇ ਕਈ ਕਾਰਨ ਹੁੰਦੇ ਆ, ਕਈ ਇੱਕ ਨੂੰ ਨਹੀਂ ਆਪਾਂ ਕਹਿ ਸਕਦੇ ਇਹ ਹੈਗਾ। ਕੁਛ ਨੇ ਜਿਹੜੇ ਬੰਦੇ ਨੂੰ ਇਹ ਮੋਰ ਪ੍ਰੋਨ ਹੁੰਦੇ ਆ ਸਡਨ ਅਟੈਕਸ ਨੂੰ। ਨੰਬਰ 1 ਜਿਹੜੇ ਬੰਦੇ ਹੈਵੀ ਸਮੋਕਰ ਹੁੰਦੇ ਨੇ। ਦੂਸਰਾ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਸਟਰੋਂਗ ਹੋਵੇ, ਛੋਟੀ ਉਮਰ 'ਚ ਜਿਨ੍ਹਾਂ ਨੂੰ ਹਾਰਟ ਅਟੈਕ ਹੋਵੇ ਉਹ ਹੋਵੇ। ਅਨਕੰਟਰੋਲ ਬਲੱਡ ਪ੍ਰੈਸ਼ਰ, ਸ਼ੂਗਰ ਛੋਟੀ ਉਮਰ 'ਚ ਆਉਣਾ, ਮੋਟਾਪਾ ਔਰ ਸਟ੍ਰੈਸਫੁਲ ਪਰਸਨੈਲਿਟੀ। ਤੁਸੀਂ ਦੇਖਿਆ ਕਿ ਅੱਜ ਕੱਲ੍ਹ ਜਦੋਂ ਸਟ੍ਰੈਸ ਲੈਵਲ ਹੈ ਵੀ ਉਹ ਵੱਧ ਗਿਆ। ਇਹ ਵੀ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਜਿਹੜਾ ਕਿ ਹਾਰਟ ਦੀਆਂ ਬਲੋਕੇजेस ਐਂਡ ਅਲਟੀਮੇਟਲੀ ਹਾਰਟ ਅਟੈਕ ਕਰ ਸਕਦਾ ਹੈ। ਤੇ ਬਾਕੀ ਹੋਰ ਕਾਰਨ ਵੀ ਹੁੰਦੇ ਨੇ, ਜਿੱਦਾਂ ਕਿ ਕੋਲੇਸਟ੍ਰੋਲ ਦਾ ਬਹੁਤ ਜ਼ਿਆਦਾ बढ़ना, ਖੂਨ ਦਾ ਬਹੁਤ ਜ਼ਿਆਦਾ ਗਾੜਾ ਹੋ ਜਾਣਾ। ਇਸ ਤਰ੍ਹਾਂ ਦੇ ਕਈ ਰੇਅਰ ਕਾਰਨ ਵੀ ਹੁੰਦੇ ਨੇ, ਉਹ ਮੈਂ ਹੁਣ ਡਿਸਕਸ ਨਹੀਂ ਕਰਨਾ ਚਾਹੁੰਦਾ ਕਿ ਜਮਾਂਦਰੂ ਹੁੰਦੀਆਂ ਨਾੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਉਹ ਸਡਨਲੀ ਉਹ ਬੰਦਾ ਕਲੈਪਸ ਕਰ ਜਾਂਦਾ ਹੈ। ਬਿਲਕੁਲ ਸਰ, ਤੇ ਇਸ ਦੀ ਪਹਿਚਾਣ ਕਿਵੇਂ ਕੀਤੀ ਜਾ ਸਕਦੀ? ਕਹਿੰਦੇ ਹੁੰਦੇ ਕਿ ਹਾਰਟ ਅਟੈਕ ਤੋਂ ਪਹਿਲਾਂ ਵੀ ਜਿਹੜੇ ਕਾਫੀ ਕੁਝ ਸਿੰਪਟਮਸ ਜਿਹੜੇ ਸ਼ੋ ਹੋ ਜਾਂਦੇ, ਸਾਈਨਸ ਸ਼ੋ ਹੋ ਜਾਂਦੇ ਨੇ, ਕਿਵੇਂ ਪਹਿਚਾਣ ਕੀਤੀ ਜਾ ਸਕਦੀ? ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਔਰ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਔਰ ਮੈਂ ਚਾਹਾਂਗਾ ਕਿ ਉਹ ਅੱਗੇ ਦੀ ਅੱਗੇ ਬਾਕੀ ਲੋਕਾਂ ਨੂੰ ਵੀ ਦੱਸਣ। ਸਡਨ ਜਿਹੜੀ ਡੈਥ ਹੈਗੀ ਉਹਦੇ ਇੰਸੀਡੈਂਸ ਜਿੱਦਾਂ ਮੈਂ ਦੱਸੇ ਬਹੁਤ ਘੱਟ ਹੁੰਦੇ ਨੇ। ज़्यादातर कुछ समय वार्निंग सिग्नल आता है, आधे से ज़्यादा 70% लोगों को होता है। 20 ऐसे हैं जो सोए रह जाते हैं, वो अनफॉर्चुनेट है, लेकिन वो नंबर्स बहुत कम है। जैसे बंदे को घबराहट होनी शुरू हो जाती है, एसिडिटी जलन महसूस होती है, वो कहता मैनू जलन जी हो रही है 2 दिनों तो, मैं घूम फिर रहा सी, सडनली आया जी खाना खान लग्या कोलैप्स हो गया। इनफैक्ट ये जो जलन जो एसिडिटी है बेसिकली जो हार्ट ब्लॉकेज के सिम्टम्स के साथ बिल्कुल मिलती जुलती है। तो 2 दिनों तो उन्होंने हार्ट की प्रॉब्लम ही चल रही सी, वो बढ़ती इन्नी ज़्यादा शिद्दत नाल पहुँच गई कि अल्टीमेटली उन्होंने इलैक्ट्रिकल डिस्टर्बेंस हुई और सडनली डेथ हो गई। बट देखा जाए तो फैमिली वास्ते तो हो गया कि बैठे बैठे ही हो गया, बट अगर आप उसको एनालाइज करो तो उसके जो सिम्टम्स थे वो 2 दिन से चल रहे थे। तो जो वार्निंग सिग्नल है उसमें कोई भी अनयूजुअल चेस्ट पेन का होना, रेट्रोस्टर्नल पेन होना, किसी भी एज से 30 साल तो ऊपर मैं तुहानूं दस रहा, किसी भी एज से इस तरह की पेन, सफोकेशन होनी, साह का फुलना, अनईजीनेस होना, ज़्यादा थकावट महसूस करनी, गैस्ट्राइटिस 1/3 बंदे हैं जो गैस समझ के इनू घूमते रहते हैं, अल्टीमेटली साडे कोले आते हैं। उस तो बाद कईयां नूं साह फुलना शुरू हो जाता है, तो कई कहते कि मैनू यार इदां लग रहा कि मैनू 2 दिनों तो बहुत वीकनेस हो रही है, फिर भी घूम रहा, मैं काम ते गया, मैं चंगा भला सी, मैंने इनू लेता ठीक ठाक हो गया, पर घर आया तो फिर घबराहट हुई और सडनली कोलैप्स कर गया जी। सो इन्हां दे पिछे हमेशा वार्निंग सिग्नल होंदे आ। वो वार्निंग और दूसरा कई बार कुछ आते हैं लोग कहते कि मैनू अखां दे अगे अंधेरा आया, ये भी लो ब्लड प्रैशर के साइन सिम्पटम होंदे ने जां इलैक्ट्रिकल डिस्टर्बेंस होंदे। जे असीं इन्हां नूं अर्ली स्टेज ते पकड़ लईए, इसका ट्रीटमेंट बहुत ईजी है। तुसीं नाल वाली जगह ते नज़दीक कोई भी जगह ते ECG वगैरह कराओ, डॉक्टर नूं दिखाओ, क्योंकि हार्ट अटैक जिहड़ा ECG च बहुत जल्दी पिकअप हो जाता है। सो जो पिकअप कर लेने आपां तो उसका ट्रीटमेंट बहुत फास्ट है। और एक चीज़ और है, अगर हार्ट अटैक के सिम्टम्स अगर जल्दी पकड़े जाते हैं, विद इन 3-4 आवर्स हम कोई मेडिसिन देते हैं, तो 90% जो लोग हैं वो बिल्कुल बच सकते हैं। ਸਰ ਪਿਛਲੇ ਕੁਝ ਸਾਲਾਂ ਦੇ ਵਿੱਚ ਜੋ ਵੀ ਅਗਰ ਸਟੱਡੀ ਕੀਤੀ ਜਾਵੇ, ਡੇਟਾ ਸਾਰਾ ਚੈੱਕ ਕੀਤਾ ਜਾਵੇ, ਤਾਂ ਉਸ ਦੇ ਵਿੱਚ ਕੀ ਹੋਇਆ, ਕਿਹੜਾ ਏਜ ਗਰੁੱਪ ਤੇ ਕਿਹੜਾ ਜੈਂਡਰ ਜਿਹੜਾ ਸਭ ਤੋਂ ਜ਼ਿਆਦਾ ਹਾਰਟ ਅਟੈਕ ਦਾ ਸ਼ਿਕਾਰ ਹੋਇਆ?